A very good morning to all of you student. This is lecture of +1 commerce subject accountancy. बच्चे accountancy ਦੇ ਵਿੱਚ second term chapter है basic accounting terms. ਜਿੱਦਾਂ ਤੁਹਾਨੂੰ ਪਤਾ ਕਿ ਅਗਰ ਤੁਸੀਂ commerce stream ਲਿਆ ਤਾਂ ਇਹਦੇ ਵਿੱਚ new ਸਾਰੀਆਂ ਜਿਹੜੀਆਂ ਹੈਗੀਆਂ subjects ਆ, new subject ਆ, new terms ਆ। ਤਾਂ first of all ਅਸੀਂ ਇਹਨਾਂ terms ਦੇ ਨਾਲ ਹੀ introduce ਹੋਵਾਂਗੇ ਕਿ ਅਸੀਂ ਕਿਸ ਚੀਜ਼ ਲਈ ਕੀ word use करना। And first term is business transaction. Business transaction ਦਾ meaning ਰਾਜੇ ਕੀ ਹੁੰਦਾ? Business means any kind of unit which you have started. ਤੁਸੀਂ ਕੋਈ ਵੀ ਕਾਰੋਬਾਰ ਸਟਾਰਟ ਕੀਤਾ ਹੈ, ਕੋਈ ਵੀ ਆਰਗੇਨਾਈਜੇਸ਼ਨ ਸਟਾਰਟ ਕੀਤੀ ਹੈ, ਦੈਟਸ ਯੂਅਰ ਬਿਜ਼ਨਸ। ਟ੍ਰਾਂਜੈਕਸ਼ਨ ਦਾ ਮਤਲਬ ਕੀ ਹੁੰਦਾ? ਲੈਣ ਦੇਣ। ਤਾਂ ਬਿਜ਼ਨਸ ਟ੍ਰਾਂਜੈਕਸ਼ਨ ਦਾ ਮਤਲਬ ਕੀ ਹੈ? ਵੈਨ ਯੂ ਟ੍ਰਾਂਸਫਰ ਐਨੀ ਕਾਈਂਡ ਆਫ ਗੁੱਡ ਔਰ ਸਰਵਿਸ ਫॉर ਕੈਸ਼ ਔਰ ਐਨੀ ਅਦਰ ਬੈਨੀਫਿਟ। ਜਦੋਂ ਕੋਈ ਬਿਜ਼ਨਸ ਕਿਸੇ ਨਾਲ ਕੋਈ ਗੁੱਡਸ ਟ੍ਰਾਂਸਫਰ ਕਰਦਾ ਜਾਂ ਕੋਈ ਸਰਵਿਸ ਟ੍ਰਾਂਸਫਰ ਕਰਦਾ ਕੈਸ਼ ਦੇ ਲਈ ਕਿ ਬਦਲੇ 'ਚ ਉਹਦੇ ਤੋਂ ਕੈਸ਼ ਲੈਣਾ ਹੈ। ਫੋਰ ਐਗਜ਼ਾਮਪਲ ਸ਼ੌਪ ਤੋਂ ਤੁਸੀਂ ਕੋਈ ਕੱਪੜਾ ਪਰਚੇਜ਼ ਕੀਤਾ, ਉਹਦੇ ਬਦਲੇ ਕੈਸ਼ ਪੇਮੈਂਟ ਕੀਤੀ, ਜਾਂ ਤੁਸੀਂ ਕੋਈ ਸ਼ੂ ਪਰਚੇਜ਼ ਕੀਤੇ ਉਹਦੇ ਬਦਲੇ ਕੈਸ਼ ਪੇਮੈਂਟ ਕੀਤੀ, ਜਾਂ ਤੁਸੀਂ ਕੋਈ ਸਰਵਿਸ ਲੈਂਦੇ ਹੋ ਜਿੱਦਾਂ ਸਕੂਲ ਤੋਂ ਪੜ੍ਹਦੇ ਹੋ ਤਾਂ ਉਹਦੇ ਬਦਲੇ ਫੀਸ ਪੇ ਕਰਦੇ ਹੋ, ਠੀਕ ਹੈ। ਡਾਕਟਰ ਤੋਂ ਟਰੀਟਮੈਂਟ ਲੈਂਦੇ ਹੋ ਉਹਦੇ ਬਦਲੇ ਫੀਸ ਪੇ ਕਰਦੇ ਹੋ। ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਾਡੇ 'ਚ ਕੋਈ ਲੈਣ ਦੇਣ ਹੁੰਦਾ ਜਿਹਦੇ ਵਿੱਚ ਅਸੀਂ ਕੋਈ ਗੁੱਡਸ ਔਰ ਸਰਵਿਸ ਐਕਵਾਇਰ ਕਰਦੇ ਹਾਂ ਫॉर ਕੈਸ਼, ਦੈਟ ਇਜ਼ ਆਵਰ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਰਾਜੇ ਟੂ ਟਾਈਪ ਦੀ ਹੈ, ਕੈਸ਼ ਟ੍ਰਾਂਜੈਕਸ਼ਨ ਐਂਡ ਕ੍ਰੈਡਿਟ ਟ੍ਰਾਂਜੈਕਸ਼ਨ। ਇਫ ਵੀ ਪੇਡ ਦਾ ਕੈਸ਼ ਇਮੀਡੀਏਟਲੀ, ਅਗਰ ਅਸੀਂ ਪੇਮੈਂਟ ਇਮੀਡੀਏਟਲੀ ਕਰਤੀ, ਉਸੇ ਟਾਈਮ ਕਰਤੀ, ਦੈਨ ਦੈਟ ਇਜ਼ ਆਵਰ ਕੈਸ਼ ਟ੍ਰਾਂਜੈਕਸ਼ਨ। ਮੀਨਸ ਅਸੀਂ ਨਕਦ ਪੇਮੈਂਟ ਕੀਤੀ ਆ, ਉਸੇ ਟਾਈਮ ਪੇਮੈਂਟ ਕੀਤੀ ਆ। ਇਫ ਵੀ ਮੇਡ ਪੇਮੈਂਟ ਔਨ ਐਨੀ ਫਿਊਚਰ ਡੇਟ, ਅਗਰ ਅਸੀਂ ਕੋਈ 10 ਦਿਨ ਬਾਅਦ, 15 ਦਿਨ ਬਾਅਦ, ਜਦੋਂ ਮਰਜ਼ੀ ਅਸੀਂ ਪੇਮੈਂਟ ਕਰਨੀ ਆ, ਫਿਊਚਰ ਦੇ ਵਿੱਚ ਪੇਮੈਂਟ ਕਰਨੀ ਆ, ਦੈਨ ਦੈਟ ਇਜ਼ ਆਵਰ ਕ੍ਰੈਡਿਟ ਟ੍ਰਾਂਜੈਕਸ਼ਨ। ਮੀਨਸ ਉਧਾਰ ਦਾ ਲੈਣ ਦੇਣਾ ਜਿਹੜਾ ਅਸੀਂ ਉਹਨੂੰ ਕ੍ਰੈਡਿਟ ਟ੍ਰਾਂਜੈਕਸ਼ਨ ਕਹਿੰਦੇ ਆ। ਦੈਨ ਸੈਕਿੰਡ ਟਰਮ ਇਜ਼ ਕੈਪੀਟਲ। ਕੈਪੀਟਲ ਰਾਜੇ ਕੀ ਹੁੰਦਾ? ਜੋ ਵੀ ਪੈਸਾ ਇੱਕ ਪ੍ਰੋਪਰਾਈਟਰ ਦਾ ਮਤਲਬ ਓਨਰ, ਮਾਲਕ, ਜੋ ਵੀ ਪੈਸਾ ਇੱਕ ਮਾਲਕ ਆਪਦੇ ਬਿਜ਼ਨਸ ਨੂੰ ਸਟਾਰਟ ਕਰਨ ਲਈ ਲਗਾਉਂਦਾ ਹੈਗਾ ਵਾ, ਦੈਟ ਇਜ਼ ਅਵਰ ਕੈਪੀਟਲ। ਐਨ ਅਮਾਊਂਟ ਆਫ ਮਨੀ or any kind of assets invested to start a business, that is capital of owner। ਤਾਂ ਕੈਪੀਟਲ ਆ ਜਿਹੜੀ, ਅਗਰ ਸਾਨੂੰ ਬਿਜ਼ਨਸ 'ਚੋਂ ਫਰਦਰ ਫਿਊਚਰ 'ਚ ਪ੍ਰੋਫਿਟਸ ਆਉਣਗੇ ਤਾਂ ਸਾਡੀ ਉੱਥੇ ਕੈਪੀਟਲ ਇਨਕਰੀਜ਼ ਹੋਈ ਜਾਏਗੀ। ਅਗਰ ਸਾਨੂੰ ਬਿਜ਼ਨਸ ਦੇ ਵਿੱਚੋਂ ਲਾਸ ਹੁੰਦੇ ਆ ਤਾਂ ਸਾਡਾ ਉਹਨੇ ਨਾਲ ਉੱਥੋਂ ਜਿਹੜੀ ਹੈਗੀ ਆ ਕੈਪੀਟਲ ਘਟੀ ਜਾਏਗੀ। ਨੈਕਸਟ ਟਰਮ ਇਜ਼ ਡਰਾਇੰਗ। ਹੁਣ ਰਾਜੇ ਡਰਾਇੰਗ ਕੀ ਆ ਸਾਡੇ ਲਈ? ਇਨ ਅਕਾਊਂਟਸ। ਅਕਾਊਂਟਸ ਦੇ ਵਿੱਚ ਡਰਾਇੰਗ ਵਰਡ ਕਿਹਦੇ ਲਈ ਯੂਜ਼ ਹੁੰਦਾ? ਕੋਈ ਵੀ ਤੁਸੀਂ ਕੈਸ਼ ਜਾਂ ਕੋਈ ਵੀ ਗੁੱਡਸ, ਜਿਹੜਾ ਬਿਜ਼ਨਸ ਦਾ ਮਾਲਕ ਆ, ਪ੍ਰੋਪਰਾਈਟਰ ਆ, ਅਗਰ ਉਹ ਆਪਣੇ ਬਿਜ਼ਨਸ 'ਚੋਂ ਕੋਈ ਕੈਸ਼ ਜਾਂ ਗੁੱਡਸ ਵਿਡਰਾ ਕਰਦਾ ਫॉर देयर ਪਰਸਨਲ ਯੂਜ਼, ਦੈਟ ਇਜ਼ ਡਰਾਇੰਗਸ। ਐਨੀ ਅਮਾਊਂਟ ਆਫ ਕੈਸ਼ ਔਰ ਗੁੱਡਸ ਵਿਡਰਾਨ ਬਾਈ ਓਨਰ ਫਰੋਮ ਦਾ ਬਿਜ਼ਨਸ ਫॉर ਹਿਜ਼ ਪਰਸਨਲ ਯੂਜ਼, ਦੈਟ ਇਜ਼ ਕਾਲਡ ਡਰਾਇੰਗ। ਫॉर ਐਗਜ਼ਾਮਪਲ ਕਿਸੇ ਦੀ ਕੱਪੜੇ ਦੀ ਸ਼ੌਪ ਆ, ਉੱਥੋਂ ਅਗਰ ਉਹ ਕੁਛ ਕੱਪੜਾ ਆਪਦੇ ਘਰੇ ਯੂਜ਼ ਕਰਨ ਲਈ ਲੈ ਆਇਆ, ਜਾਂ ਸ਼ੂਜ਼ ਦੀ ਸ਼ੌਪ ਆ, ਉੱਥੋਂ ਅਸੀਂ ਕੁਛ ਪੇਅਰ ਸ਼ੂ ਦੇ ਜਿਹੜੇ ਹੈਗੇ ਘਰੇ ਯੂਜ਼ ਕਰਨ ਲਈ ਲਿਆਂਦੇ, ਜਾਂ ਅਸੀਂ ਬਿਜ਼ਨਸ ਦੇ ਵਿੱਚੋਂ ਕੈਸ਼ ਵਿਡਰਾ ਕਰਕੇ ਆਪਣੇ ਬੱਚਿਆਂ ਦੀ ਫੀਸ ਪੇ ਕਰਤੀ, ਜਾਂ ਕੋਈ ਆਪਦਾ ਪਰਸਨਲ ਖਰਚਾ ਭਰ ਲਿਆ। ਤਾਂ ਚਾਹੇ ਤੁਸੀਂ ਬਿਜ਼ਨਸ 'ਚੋਂ ਕੈਸ਼ ਕਢਵਾਓ, ਚਾਹੇ ਕੋਈ ਗੁੱਡਸ ਕਢਵਾਓ, ਅਗਰ ਤੁਸੀਂ ਪਰਸਨਲ ਯੂਜ਼ ਲਈ ਆਪਦੇ ਬਿਜ਼ਨਸ 'ਚੋਂ ਕੁਛ ਵੀ ਕਢਵਾਉਂਦੇ ਹੋ, ਘਰੇ ਯੂਜ਼ ਕਰਨ ਲਈ ਕੁਛ ਵੀ ਉੱਥੋਂ ਵਿਡਰਾ ਕਰਦੇ ਹੋ, ਦੈਨ ਦੈਟ ਇਜ਼ ਰਿਗਾਰਡਡ ਡਰਾਇੰਗਸ। ਦੈਨ ਨੈਕਸਟ ਟਰਮ ਇਜ਼ ਲਾਇਬਿਲਿਟੀ। ਲਾਇਬਿਲਿਟੀ ਦਾ ਮਤਲਬ ਰਾਜੇ ਕੀ ਹੁੰਦਾ? ਕਰਜ਼ਾ। ਤਾਂ ਲਾਇਬਿਲਿਟੀ ਦਾ ਮਤਲਬ ਕੀ ਆ? ਅਮਾਊਂਟ ਪੇਬਲ ਬਾਈ ਦਾ ਬਿਜ਼ਨਸ ਟੂ ਪ੍ਰੋਪਰਾਈਟਰ ਔਰ ਐਨੀ ਆਊਟਸਾਈਡਰ। ਬਿਜ਼ਨਸ ਨੇ ਜੋ ਪੈਸਾ ਕਿਸੇ ਵੀ ਬਾਹਰਲੇ ਬੰਦੇ ਦਾ ਦੇਣਾ ਹੈਗਾ ਜਿਹੜਾ ਬਿਜ਼ਨਸ ਦੇ ਸਿਰ ਕਰਜ਼ਾ ਹੈ, ਦੈਟ ਇਜ਼ ਲਾਇਬਿਲਿਟੀ ਆਫ ਬਿਜ਼ਨਸ। ਕਿਉਂਕਿ ਅਸੀਂ ਬਿਜ਼ਨਸ ਨੂੰ ਸੈਪਰੇਟ ਮੰਨਦੇ ਆ, ਬਿਜ਼ਨਸ ਐਂਟੀਟੀ ਕੰਸੈਪਟ ਫੋਲੋ ਕਰਦੇ ਆ। ਮੀਨਸ ਕਿ ਜਿਹੜਾ ਬਿਜ਼ਨਸ ਆ ਉਹ ਆਪਦੇ ਓਨਰ ਤੋਂ ਡਿਫਰੈਂਟ ਆ। ਜਿੱਦਾਂ ਹੁਣ ਅਗਰ ਬਿਜ਼ਨਸ ਦੇ ਵਿੱਚੋਂ ਓਨਰ ਕੁਛ ਕਢਵਾਉਂਦਾ ਤਾਂ ਉਹਨੂੰ ਅਸੀਂ ਡਰਾਇੰਗਸ ਕਹਿੰਦੇ ਆ, ਬਿਜ਼ਨਸ ਤਾਂ ਉਹਦਾ ਹੀ ਹੁੰਦਾ ਨਾ। ਸਿਮਿਲਰਲੀ ਅਗਰ ਬਿਜ਼ਨਸ ਨੂੰ ਅਸੀਂ ਕਿਸੇ ਤਰ੍ਹਾਂ ਦਾ ਕਰਜ਼ਾ ਦੇਵਾਂਗੇ ਤਾਂ ਉਹ ਬਿਜ਼ਨਸ ਨੂੰ ਓਨਰ ਨੂੰ ਮੋੜਨਾ ਵੀ ਪੈਣਾ ਵਾ। ਤਾਂ ਐਨੀ ਕਾਈਂਡ ਆਫ ਲੋਨ, ਚਾਹੇ ਉਹ ਅਸੀਂ ਓਨਰ ਤੋਂ ਲਿਆ, ਚਾਹੇ ਉਹ ਅਸੀਂ ਕਿਸੇ ਬੈਂਕ ਤੋਂ ਲਿਆ, ਚਾਹੇ ਕਿਸੇ ਫਰੈਂਡ ਰਿਲੇਟਿਵ ਤੋਂ ਲਿਆ, ਚਾਹੇ ਅਸੀਂ ਸਪਲਾਇਰ ਤੋਂ ਕੁਛ ਕ੍ਰੈਡਿਟ ਪਰਚੇਜ਼ ਕੀਤਾ, ਜੋ ਵੀ ਅਮਾਊਂਟ ਤੁਸੀਂ ਫਿਊਚਰ ਡੇਟ ਦੇ ਵਿੱਚ ਕਿਸੇ ਨੂੰ ਪੇ ਕਰਨੀ ਆ, ਦੈਟ ਪੇਬਲ ਅਮਾਊਂਟ ਇਜ਼ ਲਾਇਬਿਲਿਟੀ ਆਫ ਬਿਜ਼ਨਸ। ਅਗਰ ਸਪਲਾਇਰ ਤੋਂ ਤੁਸੀਂ ਕੁਛ ਉਧਾਰ ਖਰੀਦਦੇ ਹੋ, ਬੈਂਕ ਤੋਂ ਕਿਸੇ ਤਰ੍ਹਾਂ ਦਾ ਕੋਈ ਸ਼ਾਰਟ ਟਰਮ, ਲੌਂਗ ਟਰਮ ਲੋਨ ਲੈਂਦੇ ਹੋ, ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਕੋਈ ਲੋਨ ਲੈਂਦੇ ਹੋ, ਤਾਂ ਉਸ ਅਮਾਊਂਟ ਨੂੰ ਅਸੀਂ ਕਹਾਂਗੇ ਲਾਇਬਿਲਿਟੀ। ਲਾਇਬਿਲਿਟੀ ਦੀ ਅੱਗੇ ਟੂ ਕਾਈਂਡਸ ਆ, ਨੌਨ ਕਰੰਟ ਲਾਇਬਿਲਿਟੀ ਐਂਡ ਕਰੰਟ ਲਾਇਬਿਲਿਟੀ। ਨੌਨ ਕਰੰਟ ਲਾਇਬਿਲਿਟੀ ਰਾਜੇ ਕੀ ਹੁੰਦਾ? ਜਿੱਥੇ ਵੀ ਨੌਨ ਕਰੰਟ ਵਰਡ ਆ ਗਿਆ, ਮੀਨਸ ਦਿਸ ਇਜ਼ ਰਿਲੇਟਡ ਟੂ ਲੌਂਗ ਟਰਮ। ਲੌਂਗ ਟਰਮ ਮੀਨਸ ਲੌਂਗ ਟਾਈਮ ਪੀਰੀਅਡ। ਤਾਂ ਨੌਨ ਕਰੰਟ ਲਾਇਬਿਲਿਟੀ ਉਹ ਲਾਇਬਿਲਿਟੀ ਆ ਵਿਚ ਇਜ਼ ਪੇਡ ਆਫਟਰ 5 to 10 ਈਅਰ, ਵਿਚ ਇਜ਼ ਪੇਡ ਆਫਟਰ ਮੋਰ ਦੈਨ 1 ਈਅਰ। ਜਿਹੜੀ ਲਾਇਬਿਲਿਟੀ ਅਸੀਂ 1 ਸਾਲ ਤੋਂ ਜ਼ਿਆਦਾ ਟਾਈਮ ਬਾਅਦ ਪੇ ਕਰਨੀ ਆ, 5 ਸਾਲ ਬਾਅਦ ਵਾਪਸ ਕਰਨੀ, 10 ਸਾਲ ਬਾਅਦ ਰੀਪੇ ਕਰਨੀ, 2 ਈਅਰ ਬਾਅਦ ਰੀਪੇ ਕਰਨੀ,
ਜੋ ਵੀ ਲਾਇਬਿਲਿਟੀ ਅਸੀਂ ਆਫਟਰ ਮੋਰ ਦੈਨ 12 ਮੰਥ ਪੇ ਕਰਨੀ ਆ ਦੈਟ ਇਜ਼ ਅਵਰ ਨੋਨ ਕਰੰਟ ਲਾਇਬਿਲਿਟੀ। ਜੋ ਵੀ ਸਾਡੇ ਲੌਂਗ ਟਰਮ ਲੋਨ ਹੁੰਦੇ ਆ, ਕੋਈ ਬੈਂਕ ਤੋਂ ਲਿਆ ਜਾਂ ਅਸੀਂ ਕੋਈ ਡਿਬੈਂਚਰਸ ਪਰਚੇਜ਼ ਕੀਤੇ ਹੋਏ ਆ ਜਾਂ ਅਸੀਂ ਕਿਸੇ ਫਾਈਨਾਂਸ ਕੰਪਨੀ ਤੋਂ ਲੋਨ ਲਿਆ ਹੋਇਆ ਜਿਹੜਾ ਅਸੀਂ 1 ਸਾਲ ਤੋਂ ਜ਼ਿਆਦਾ ਟਾਈਮ ਬਾਅਦ ਪੇ ਕਰਨਾ, ਦੈਟ ਇਜ਼ ਅਵਰ non current liability and current liability which is repaid within 12 month। ਜਿਹੜੀ ਲਾਇਬਿਲਿਟੀ ਅਸੀਂ 12 ਮਹੀਨਿਆਂ ਦੇ ਵਿੱਚ ਪੇ ਕਰਨੀ ਆ 12 ਮੰਥ ਦੇ ਮੀਨਸ ਕਿ ਆਫਟਰ 2 ਮੰਥ, ਆਫਟਰ 3 ਮੰਥ, 6 ਮੰਥ, 7 ਮੰਥ, ਸੋ ਔਨ। ਅਗਰ 12 ਮੰਥ ਤੋਂ ਘੱਟ ਟਾਈਮ ਦੇ ਵਿੱਚ ਅਸੀਂ ਲਾਇਬਿਲਿਟੀ ਪੇ ਕਰਨੀ ਹੈ ਦੈਨ ਦੈਟ ਇਜ਼ ਅਵਰ ਕਰੰਟ ਲਾਇਬਿਲਿਟੀ। ਫੋਰ ਐਗਜ਼ਾਮਪਲ ਤੁਸੀਂ ਸਪਲਾਇਰ ਤੋਂ ਉਧਾਰ ਸਮਾਨ ਲਿਆ ਤਾਂ ਸਪਲਾਇਰ ਤੁਹਾਨੂੰ ਕਹੂਗਾ ਆਫਟਰ 15 ਡੇਜ਼ ਪੇਮੈਂਟ ਕਰ ਦਿਓ, 20 ਡੇਜ਼ ਪੇਮੈਂਟ ਕਰ ਦਿਓ, 2 ਮੰਥ ਬਾਅਦ ਪੇਮੈਂਟ ਕਰ ਦਿਓ, ਦੈਨ ਦੈਟਸ ਯੂਅਰ ਕਰੰਟ ਲਾਇਬਿਲਿਟੀ। ਦੈਨ ਫਿਫਥ ਟਰਮ ਇਜ਼ ਐਸਿਡ। ਐਸਿਡ ਦਾ ਮਤਲਬ ਰਾਜੇ ਕੀ ਹੁੰਦਾ? ਪ੍ਰੋਪਰਟੀ। ਜਿੱਦਾਂ ਆਪਣੇ ਕੋਲੇ ਘਰੇ ਪ੍ਰੋਪਰਟੀ ਆ ਕਿ ਤੁਹਾਡਾ ਘਰ, ਤੁਹਾਡੀ ਜ਼ਮੀਨ, ਤੁਹਾਡੀ ਬਾਈਕ, ਤੁਹਾਡੇ ਜੋ ਵੀ ਵਹੀਕਲਸ ਆ ਕਰੋ everything related to your property। similarly business ਦੀ ਜੋ ਵੀ property ਆ which is owned or controlled by business, ਜਾਂ ਤਾਂ business ਉਹਦਾ ਮਾਲਕ ਆ ਜਾਂ business ਉਹਨੂੰ ਕੰਟਰੋਲ ਕਰ ਰਿਹਾ, ਮੀਨਸ ਅਗਰ ਤੁਸੀਂ ਕਿਰਾਏ ਤੇ ਵੀ ਲਈ ਹੋਈ ਆ ਅਗਰ ਕੰਟਰੋਲ ਤੁਹਾਡੇ 'ਚ ਆ ਤਾਂ ਉਹ ਵੀ business ਦੀ property ਹੀ ਕਹਾਏਗੀ, ਉਹ ਵੀ business ਦੀ asset ਹੀ ਹੋਏਗੀ। asset means any kind of property which is owned or controlled by business। ਅਗਰ ਉਸ ਐਸਿਡ 'ਤੇ ਖਰਚਾ ਤੁਸੀਂ ਕਰ ਰਹੇ ਹੋ, ਉਹ ਐਸਿਡ ਫਿਊਚਰ ਦੇ ਵਿੱਚ ਬੈਨੀਫਿਟ ਤੁਹਾਨੂੰ ਦੇਵੇਗਾ, ਦੈਨ ਉਹ ਜਿਹੜੀ ਚੀਜ਼ ਆ ਉਹ ਬਿਜ਼ਨਸ ਦੀ ਐਸਿਡ ਹੀ ਮੰਨੀ ਜਾਏਗੀ। ਬਿਜ਼ਨਸ ਦੇ ਐਸਿਡਸ ਦੇ ਵਿੱਚ ਟੈਂਜੀਬਲ ਵੀ ਆਉਂਦੇ ਆ, ਇਨਟੈਂਜੀਬਲ ਵੀ ਆਉਂਦੇ ਆ। ਟੈਂਜੀਬਲ ਫਿਜ਼ੀਕਲ ਆਬਜੈਕਟਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ। ਇਨਟੈਂਜੀਬਲ ਜਿਹੜੇ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੁੰਦੀ ਬਟ ਬਿਜ਼ਨਸ ਨੂੰ ਫਿਰ ਵੀ ਬੈਨੀਫਿਟ ਅਰਨ ਕਰਨ 'ਚ ਹੈਲਪ ਕਰਦੇ ਆ। ਐਸਿਡਸ ਦੀਆਂ ਅੱਗੇ ਸਾਡੇ ਕੋਲੇ 3 ਟਾਈਪਸ ਆ, ਨੋਨ ਕਰੰਟ ਐਸਿਡਸ, ਕਰੰਟ ਐਸਿਡਸ ਐਂਡ ਫਕਟੀਸ਼ੀਅਸ ਐਸਿਡਸ। ਨੋਨ ਕਰੰਟ ਐਸਿਡਸ ਰਾਜੇ ਸੇਮ ਆ, ਜਿੱਦਾਂ ਤੁਹਾਨੂੰ ਦੱਸਿਆ ਕਿ ਨੋਨ ਕਰੰਟ ਵਰਡ ਹੀ ਲੌਂਗ ਟਰਮ ਨਾਲ ਰਿਲੇਟਡ ਆ। ਤਾਂ ਨੋਨ ਕਰੰਟ ਜਾਂ ਫਿਕਸਡ ਐਸਿਡਸ ਆਰ ਦੋਜ਼ ਐਸਿਡਸ ਵਿਚ ਆਰ ਪਰਚੇਜ਼ਡ ਬਾਈ ਬਿਜ਼ਨਸ ਫॉर ਲੌਂਗ ਟਰਮ ਯੂਜ਼। ਇਟ ਮੀਨਸ ਦੀਜ਼ ਆਰ ਨਾਟ ਮੀਨਡ ਫॉर ਰੀਸੇਲ ਪਰਪਸ, ਕਿ ਇਹਨਾਂ ਨੂੰ ਬਿਜ਼ਨਸ ਨੇ ਖਰੀਦ ਕੇ ਦੁਬਾਰਾ ਵੇਚਣਾ ਨਹੀਂ ਹੈਗਾ। ਇਹਨਾਂ ਨੂੰ ਬਿਜ਼ਨਸ ਨੇ ਪਰਚੇਸ ਕਰਕੇ ਆਪਦੇ ਕੋਲੇ ਹੀ ਰੱਖਣਾ, ਆਪਦੇ ਬਿਜ਼ਨਸ 'ਚ ਹੀ ਯੂਜ਼ ਕਰਨਾ, ਇਹਦੀ ਹੈਲਪ ਨਾਲ ਬਿਜ਼ਨਸ ਨੇ ਅੱਗੇ ਪ੍ਰੋਫਿਟ ਅਰਨ ਕਰਨਾ। ਜਿੱਦਾਂ ਇੱਕ ਕੱਪੜੇ ਵਾਲਾ ਫਰਨੀਚਰ ਪਰਚੇਸ ਕਰਦਾ, ਉਹ ਫਰਨੀਚਰ ਪਰਚੇਸ ਕਰਕੇ ਅਗਰ ਉਹ ਕਸਟਮਰ ਨੂੰ ਬਿਠਾਊਗਾ ਫਿਰ ਹੀ ਉਹਦੇ ਕਸਟਮਰ ਆਉਣਗੇ, ਫਿਰ ਹੀ ਉਹਦਾ ਕੱਪੜਾ ਸੇਲ ਹੋਊਗਾ। ਤਾਂ ਨੋਨ ਕਰੰਟ ਐਸਿਡਸ ਦੇ ਵਿੱਚ ਉਹ ਸਾਰੇ ਐਸਿਡਸ ਆ ਜਾਂਦੇ ਆ ਜਿਨ੍ਹਾਂ ਦਾ ਬੈਨੀਫਿਟ ਸਾਨੂੰ ਲੌਂਗ ਟਰਮ ਦੇ ਲਈ ਹੀ ਮਿਲਣਾ ਹੁੰਦਾ। ਇਹਦੇ ਵਿੱਚ ਫਰਦਰ 2 ਟਾਈਪਸ ਆ ਜਾਂਦੀਆਂ, ਟੈਂਜੀਬਲ ਐਸਿਡਸ ਐਂਡ ਇਨਟੈਂਜੀਬਲ ਐਸਿਡਸ। ਟੈਂਜੀਬਲ ਐਸਿਡਸ ਰਾਜੇ ਉਹ ਹੁੰਦੇ ਆ ਜਿਨ੍ਹਾਂ ਦੀ ਫਿਜ਼ੀਕਲ ਐਗਜ਼ਿਸਟੈਂਸ ਹੁੰਦੀ ਆ, ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਆ, ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਆ, ਦੈਟ ਆਰ ਅਵਰ ਟੈਂਜੀਬਲ ਐਸਿਡਸ। ਜਿੱਦਾਂ ਲੈਂਡ ਐਂਡ ਬਿਲਡਿੰਗ ਨੂੰ ਅਸੀਂ ਦੇਖ ਸਕਦੇ ਹਾਂ, ਪਲਾਂਟ ਐਂਡ ਮਸ਼ੀਨਰੀ ਨੂੰ ਦੇਖ ਸਕਦੇ ਹਾਂ, ਫਰਨੀਚਰ ਨੂੰ ਦੇਖ ਸਕਦੇ ਹਾਂ, ਫਿਕਸਚਰ ਨੂੰ ਦੇਖ ਸਕਦੇ ਹਾਂ। ਤਾਂ ਜੋ ਵੀ ਚੀਜ਼ਾਂ ਨੂੰ ਅਸੀਂ ਟੱਚ ਵੀ ਕਰ ਸਕਦੇ ਹਾਂ, ਦੇਖ ਵੀ ਸਕਦੇ ਹਾਂ, ਜਿੱਦਾਂ ਸਕੂਲ ਦੇ ਵਿੱਚ ਆ, ਸਕੂਲ ਦੇ ਵਿੱਚ ਬੈਂਚ ਹੋ ਗਏ, ਤੁਹਾਡੇ ਫੈਨ ਹੋ ਗਏ, ਏਸੀ ਹੋ ਗਏ, ਸਕੂਲ ਦੀ ਬਿਲਡਿੰਗ ਹੋ ਗਈ, ਵੈਨਸ ਹੋ ਗਈਆਂ, ਜੋ ਵੀ ਆਪਣੇ ਕੋਲੇ ਇਨਫਰਾਸਟਰਕਚਰ ਆ, ਐਵਰੀਥਿੰਗ ਕੈਨ ਬੀ ਟੱਚ ਔਰ ਸੀ। ਜਿਹੜੀ ਚੀਜ਼ ਨੂੰ ਅਸੀਂ ਦੇਖ ਵੀ ਸਕਦੇ ਹਾਂ, ਟੱਚ ਵੀ ਕਰ ਸਕਦੇ ਹਾਂ, ਦੈਟ ਆਰ ਟੈਂਜੀਬਲ ਐਸਿਡਸ। ਇੰਟੈਂਜੀਬਲ ਐਸਿਡਸ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਨਾ ਤਾਂ ਅਸੀਂ ਦੇਖ ਸਕਦੇ ਹਾਂ ਨਾ ਅਸੀਂ ਟੱਚ ਕਰ ਸਕਦੇ, ਵਿਚ ਕੈਨ ਬੀ ਫੀਲ ਓਨਲੀ। ਦ ਐਸਿਡਸ ਵਿਚ ਕੈਨੋਟ ਬੀ ਸੀਨ, ਕੈਨੋਟ ਬੀ ਟੱਚਡ ਬਟ ਕੈਨ ਬੀ ਫੀਲ and help to business to earn money, that are intangible assets। ਜਿੱਦਾਂ ਦੀ ਬੈਸਟ ਐਗਜ਼ਾਮਪਲ ਗੁੱਡਵਿਲ ਆ, ਕਿ ਅਗਰ ਆਪਾਂ ਕਿਸੇ ਇੰਸਟੀਟਿਊਟ ਦੇ ਵਿੱਚ ਜਾਂਦੇ ਆ ਕਾਹਦੇ ਕਰਕੇ? ਕਿਉਂਕਿ ਉਹਦੀ ਰੈਪੂਟੇਸ਼ਨ ਬਣੀ ਹੋਈ ਆ, ਉਹਦਾ ਨਾਮ ਬਣਿਆ ਹੋਇਆ, ਉਹਦੀ ਗੁੱਡਵਿਲ ਬਣੀ ਹੋਈ ਆ। ਤਾਂ ਗੁੱਡਵਿਲ ਸਿਰਫ ਫੀਲਿੰਗ ਆ। ਅਗਰ ਤੁਹਾਨੂੰ ਇਹ ਸਕੂਲ ਵਧੀਆ ਲੱਗੂਗਾ ਤੁਸੀਂ ਅੱਗੇ ਸੁਜੈਸਟ ਕਰੋਗੇ ਕਿ ਹਾਂ ਇਸ ਸਕੂਲ 'ਚ ਲੱਗੋ, ਉਹਦੇ ਨਾਲ ਸਕੂਲ ਨੂੰ ਤਾਂ ਬੈਨੀਫਿਟ ਹੋ ਗਿਆ। ਸਿਮਿਲਰਲੀ ਤੁਸੀਂ ਕਿਤੋਂ ਕੱਪੜਾ ਲੈਂਦੇ ਹੋ, ਤੁਸੀਂ ਆਪਦੇ ਫਰੈਂਡਸ ਨੂੰ ਸੁਜੈਸਟ ਕਰਦੇ ਹੋ ਕਿ ਸੇਮ ਸ਼ਾਪ 'ਤੇ ਜਾਓ, ਉੱਥੇ ਵਰਾਇਟੀ ਜ਼ਿਆਦਾ ਹੈਗੀ ਆ। ਇੱਦਾਂ ਹੀ ਟ੍ਰੇਡਮਾਰਕਸ ਹੁੰਦੇ ਆ, ਕੰਪਿਊਟਰ ਸੌਫਟਵੇਅਰ ਆ, ਕਾਪੀਰਾਈਟ ਕਲੇਮ ਆ ਕਿ ਅਸੀਂ ਕਿਸੇ ਦੀ ਚੀਜ਼ ਨੂੰ ਯੂਜ਼ ਨਹੀਂ ਕਰ ਸਕਦੇ। ਤਾਂ ਇਹ ਸਾਰੇ ਇੰਟੈਂਜੀਬਲ ਐਸਿਡਸ ਆ। ਦੈਨ ਨੈਕਸਟ ਟਾਈਪ ਇਜ਼ ਕਰੰਟ ਐਸਿਡ। ਕਰੰਟ ਐਸਿਡ ਰਾਜੇ ਕੀ ਹੁੰਦੇ ਆ? ਕਰੰਟ ਐਸਿਡ ਉਹ ਐਸਿਡ ਆ which is converted into cash within 1 year। ਜਿਹੜੇ ਅਸੀਂ ਐਸਿਡਸ ਨੂੰ within 1 year ਕੈਸ਼ ਕਨਵਰਟ ਕਰ ਲੈਣਾ, ਮੀਨਸ ਜਿਹਨੂੰ ਅਸੀਂ ਵੇਚ ਕੇ ਨਾਲ ਦੀ ਨਾਲ ਪੈਸਾ ਕਮਾ ਲੈਣਾ, that are our current acid। ਜੋ ਵੀ ਸ਼ਾਪਕੀਪਰ ਆ ਉਹ ਜੋ ਵੀ ਸਟਾਕ ਪਰਚੇਸ ਕਰਦਾ, ਸਿਮਿਲਰਲੀ ਅਗਰ ਕਲੋਥ ਸੈਲਰ ਆ ਤਾਂ ਉਹ ਕੱਪੜੇ ਨੂੰ ਵੇਚਣ ਲਈ ਲੈ ਕੇ ਆਏਗਾ, ਅਗਰ ਫੁੱਟਵੀਅਰ ਸੈਲਰ ਆ ਤਾਂ ਉਹ ਫੁੱਟਵੀਅਰ ਨੂੰ ਸੇਲ ਕਰਨ ਲਈ ਲੈ ਕੇ ਆਏਗਾ। ਤਾਂ ਉਹਦੀ ਟਰਾਈ ਕੀ ਹੁੰਦੀ ਆ ਕਿ ਜੋ ਵੀ ਸਟਾਕ ਉਹਨੇ ਲਿਆਂਦਾ ਉਹ 2 ਮਹੀਨੇ, 4 ਮਹੀਨੇ, 6 ਮਹੀਨੇ, 1 ਈਅਰ ਦੇ ਵਿੱਚ ਸੇਲ ਹੋ ਜਾਵੇ। ਸੇਲ ਕਰਕੇ ਉਹਨੇ ਉਹ ਤੋਂ ਪੈਸਾ ਅਰਨ ਕਰ ਲੈਣਾ। ਜਾਂ ਕੋਈ ਵੀ ਸ਼ਾਰਟ ਟਰਮ ਇਨਵੈਸਟਮੈਂਟ ਆ ਜਿਹੜੀ ਅਸੀਂ ਜਲਦੀ ਵੇਚ ਕੇ ਜੀ ਤੋਂ ਪੈਸਾ ਕਮਾ ਲੈਣਾ ਹੈਗਾ, ਦੈਟ ਆਰ ਅਵਰ ਕਰੰਟ ਐਸਿਡ। ਨੈਕਸਟ ਟਰਮ ਇਜ਼ ਫਕਟੀਸ਼ੀਅਸ ਐਸਿਡ।
ਫੈਕਟੀਸ਼ੀਅਸ ਐਸੈਟਸ ਰਾਜੇ ਕੀ ਹੁੰਦੇ ਆ? ਫੈਕਟੀਸ਼ੀਅਸ ਐਸੈਟਸ ਆਰ ਫੇਕ ਐਸੈਟਸ ਜਿਨ੍ਹਾਂ ਦੀ ਨਾ ਕੋਈ ਫਿਜ਼ੀਕਲ ਐਗਜ਼ਿਸਟੈਂਸ ਹੁੰਦੀ ਆ, ਨਾ ਕੋਈ ਇਹਨਾਂ ਦੀ ਰੀਅਲ 'ਚ ਵੈਲਿਊ ਹੁੰਦੀ ਆ, ਨਾ ਹੀ ਇਹ ਬਿਜ਼ਨਸ ਨੂੰ ਪੈਸਾ ਅਰਨ ਕਰਨ 'ਚ ਹੈਲਪ ਕਰਦੇ ਆ। ਬਟ ਅਸੀਂ ਆਪਦੀ ਬੈਲੈਂਸ ਸ਼ੀਟ ਨੂੰ ਇਕੁਅਲ ਕਰਨ ਦੇ ਲਈ ਅਸੀਂ ਇਹਨਾਂ ਨੂੰ ਜਸਟ ਐਜ਼ ਐਨ ਐਸੈਟ ਆਪਦੀ ਬੈਲੈਂਸ ਸ਼ੀਟ 'ਚ ਸ਼ੋਅ ਕਰਦੇ ਆ। ਜਿੱਦਾਂ ਤੁਹਾਡੇ ਕੋਈ ਪੁਰਾਣੇ ਐਕਸਪੈਂਸਿਸ ਆ, ਪ੍ਰੀਲਿਮਿਨਰੀ ਐਕਸਪੈਂਸਿਸ ਮੀਨਸ ਜੋ ਐਕਸਪੈਂਸ ਬਿਜ਼ਨਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਹੀ ਹੋ ਜਾਂਦੇ ਆ, ਬਿਜ਼ਨਸ ਦੀ ਰਜਿਸਟ੍ਰੇਸ਼ਨ ਕਰਵਾਉਣ 'ਤੇ, ਬਿਜ਼ਨਸ ਲਈ ਮਾਲ ਵਗੈਰਾ ਲਿਆਉਣ 'ਤੇ, ਜਾਂ ਤੁਹਾਡਾ ਕੋਈ ਐਡਵਰਟਾਈਜ਼ਮੈਂਟ ਦਾ ਪੁਰਾਣਾ ਖਰਚਾ ਪਿਆ, ਜਾਂ ਤੁਹਾਡਾ ਕੋਈ ਡਿਸਕਾਊਂਟ ਦਾ ਖਰਚਾ ਪਿਆ। ਤਾਂ ਫੈਕਟੀਸ਼ੀਅਸ ਐਸੈਟਸ ਉਹ ਆ ਜਿਨ੍ਹਾਂ ਦੀ ਰੀਅਲ 'ਚ ਕੋਈ ਵੈਲਿਊ ਨਹੀਂ ਹੈਗੀ, ਰੀਅਲ ਦੇ ਵਿੱਚ ਉਹਨਾਂ ਨੇ ਬਿਜ਼ਨਸ ਨੂੰ ਕੋਈ ਅਰਨਿੰਗ ਨਹੀਂ ਦੇਣੀ ਹੈਗੀ, ਬਟ ਜਿੰਨਾ ਟਾਈਮ ਇਹ ਸਾਡੇ ਕੰਪਨਸੇਟ ਨਹੀਂ ਹੁੰਦੇ ਉਹਨਾਂ ਟਾਈਮ ਅਸੀਂ ਇਹਨੂੰ ਐਜ਼ ਐਨ ਐਸੈਟ ਸ਼ੋਅ ਕਰਦੇ ਹਾਂ। ਨੈਕਸਟ ਟਰਮ ਇਜ਼ ਐਕਸਪੈਂਡੀਚਰ। ਐਕਸਪੈਂਡੀਚਰ ਐਂਡ ਐਕਸਪੈਂਸ ਰਾਜੇ ਤੁਹਾਨੂੰ ਸੇਮ ਲੱਗੂਗਾ ਵੀ ਐਕਸਪੈਂਡੀਚਰ ਦਾ ਮਤਲਬ ਵੀ ਖਰਚਾ ਹੁੰਦਾ, ਐਕਸਪੈਂਸ ਦਾ ਮਤਲਬ ਵੀ ਖਰਚਾ ਹੁੰਦਾ, ਬਟ ਐਕਸਪੈਂਡੀਚਰ ਦੇ ਵਿੱਚ ਅਸੀਂ ਸਿਰਫ ਉਹ ਖਰਚੇ ਲਵਾਂਗੇ ਜੋ ਖਰਚਾ ਅਸੀਂ ਕਿਸੇ ਐਸੈਟ ਨੂੰ ਜਾਂ ਕਿਸੇ ਸਰਵਿਸ ਨੂੰ ਅਕਵਾਇਰ ਕਰਨ ਲਈ ਕਰਦੇ ਆ। ਜਿੱਦਾਂ ਤੁਸੀਂ ਗੱਡੀ ਲੈਣ ਲਈ ਕੋਈ ਖਰਚਾ ਕਰੋ, ਫਰਨੀਚਰ ਲੈਣ ਲਈ ਕੋਈ ਖਰਚਾ ਕਰੋ, ਬਿਲਡਿੰਗ ਖਰੀਦਣ ਲਈ ਕੋਈ ਖਰਚਾ ਕਰੋ, ਮਸ਼ੀਨਰੀ ਖਰੀਦਣ ਲਈ ਕੋਈ ਖਰਚਾ ਕਰੋ, ਜਾਂ ਡਾਕਟਰ ਦੀ ਕੋਈ ਸਰਵਿਸ ਲੈਣ ਲਈ, ਟੀਚਰ ਦੀ ਸਰਵਿਸ, ਲਾਇਰ ਦੀ ਸਰਵਿਸ, ਐਸੈਟ ਔਰ ਸਰਵਿਸ ਨੂੰ ਖਰੀਦਣ 'ਤੇ ਕੀਤਾ ਗਿਆ ਖਰਚਾ, ਉਹ ਸਾਡਾ ਕੀ ਆ? ਐਕਸਪੈਂਡੀਚਰ। ਐਕਸਪੈਂਡੀਚਰ ਦੀਆਂ ਅਜੇ ਅੱਗੇ 3 ਟਾਈਪਸ ਆ: ਕੈਪੀਟਲ ਐਕਸਪੈਂਡੀਚਰ, ਰੈਵਨਿਊ ਐਕਸਪੈਂਡੀਚਰ ਐਂਡ ਡੈਫਰਡ ਰੈਵਨਿਊ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰਸ ਕਿਹੜੇ ਹੁੰਦੇ ਆ? ਉਹ ਖਰਚਾ ਜਿਹੜਾ ਅਸੀਂ ਇੱਦਾਂ ਦੇ ਐਸੈਟਸ 'ਤੇ ਕਰਦੇ ਹਾਂ ਜਿਹਦੇ ਤੋਂ ਸਾਨੂੰ ਬੈਨੀਫਿਟ ਆ ਜਿਹੜਾ ਉਹ ਲੌਂਗ ਟਰਮ ਲਈ ਮਿਲਣਾ। The payment which are made to purchase that kind of asset which give us benefit more than 5 to 10 year। ਜਿੱਦਾਂ ਇੱਕ ਵਾਰ ਫਰਨੀਚਰ ਪਰਚੇਸ ਕਰ ਲਿਆ 10-15 ਸਾਲ ਯੂਜ਼ ਕਰਾਂਗੇ, ਕੋਈ ਬਿਲਡਿੰਗ ਬਣਾ ਲਈ 20-30 ਸਾਲ ਯੂਜ਼ ਕਰਾਂਗੇ, ਕੋਈ ਮਸ਼ੀਨਰੀ ਲਿਆਂਦੀ 7-8 ਸਾਲ ਯੂਜ਼ ਹੋਏਗੀ। ਤਾਂ ਜੋ ਐਕਸਪੈਂਡੀਚਰ ਇੱਕ ਵਾਰ ਕਰਕੇ ਸਾਨੂੰ ਲੌਂਗ ਟਰਮ ਬੈਨੀਫਿਟ ਮਿਲਣਾ, ਦੈਟ ਇਜ਼ ਕੈਪੀਟਲ ਐਕਸਪੈਂਡੀਚਰ। ਰੈਵਨਿਊ ਐਕਸਪੈਂਡੀਚਰ ਕੀ ਹੋਏਗਾ? ਰੈਵਨਿਊ ਐਕਸਪੈਂਡੀਚਰ ਮੀਨਸ ਉਹ ਖਰਚਾ ਜਿਹੜਾ ਕਰਕੇ ਉਹਦਾ ਬੈਨੀਫਿਟ ਸਾਨੂੰ ਸੇਮ ਟਾਈਮ 'ਚ ਹੀ ਮਿਲ ਜਾਣਾ। ਜਿੱਦਾਂ ਤੁਸੀਂ ਕਿਸੇ ਨੂੰ ਰੈਂਟ ਪੇ ਕੀਤਾ ਮਹੀਨੇ ਦਾ ਤੇ ਮਹੀਨਾ ਉਹ ਚੀਜ਼ ਯੂਜ਼ ਕਰ ਲਈ, ਕਿਸੇ ਤੋਂ ਕੰਮ ਕਰਵਾਇਆ 1 ਮੰਥ ਉਹਨੂੰ ਸੈਲਰੀ ਦੇਤੀ, ਕਿਸੇ ਤੋਂ ਇੰਸ਼ੋਰੈਂਸ ਪਾਲਿਸੀ ਕਰਾਈ ਨਾਲ ਦੀ ਨਾਲ ਉਹਨੂੰ ਕਿਸ਼ਤ ਦੇਤੀ, ਤਾਂ ਜਿਹੜਾ ਖਰਚਾ ਕਰਕੇ ਉਹਦਾ ਬੈਨੀਫਿਟ ਵਿਦਿਨ 1 ਈਅਰ ਮਿਲ ਜਾਣਾ, ਸੇਮ ਟਾਈਮ 'ਚ ਮਿਲ ਜਾਣਾ, ਉਹ ਰੈਵਨਿਊ ਐਕਸਪੈਂਡੀਚਰ। ਜਿਹਦਾ ਬੈਨੀਫਿਟ ਸਾਨੂੰ ਲੌਂਗ ਟਰਮ ਲਈ ਮਿਲਣਾ, ਦੈਟ ਆਰ ਕੈਪੀਟਲ ਐਕਸਪੈਂਡੀਚਰ। ਨੈਕਸਟ ਇਜ਼ ਡੈਫਰਡ ਰੈਵਨਿਊ ਐਕਸਪੈਂਡੀਚਰ। ਡੈਫਰਡ ਰੈਵਨਿਊ ਐਕਸਪੈਂਡੀਚਰ ਰਾਜੇ ਕਿਹੜੇ ਆ ਜਾਂਦੇ ਆ? ਜਿਹਦਾ ਬੈਨੀਫਿਟ ਸਾਨੂੰ ਮੋਰ ਦੈਨ 1 ਈਅਰ ਬਟ ਲੈਸ ਦੈਨ 5 ਈਅਰ। ਅਗਰ ਤਾਂ ਉਹ 1 ਈਅਰ ਤੋਂ ਘੱਟ ਰਹਿ ਜਾਂਦਾ ਤਾਂ ਉਹ ਰੈਵਨਿਊ ਸੀ, ਅਗਰ ਉਹ 5 ਈਅਰ ਤੋਂ ਵੀ ਲੌਂਗ ਹੋ ਜਾਂਦਾ ਤਾਂ ਉਹ ਕੈਪੀਟਲ ਸੀ। ਹੁਣ ਜਿਹੜੇ ਦਾ ਖਰਚੇ ਦਾ ਬੈਨੀਫਿਟ ਸਾਨੂੰ 1 ਸਾਲ ਤੋਂ ਘੱਟ ਟਾਈਮ, 1 ਸਾਲ ਤੋਂ ਜ਼ਿਆਦਾ ਬਟ 5 ਸਾਲ ਤੋਂ ਘੱਟ ਟਾਈਮ ਲਈ ਮਿਲਦਾ, ਦੈਟ ਇਜ਼ ਅਵਰ ਡੈਫਰਡ ਰੈਵਨਿਊ ਐਕਸਪੈਂਡੀਚਰ। ਇਹਦੇ ਵਿੱਚ ਜਿੱਦਾਂ ਸਾਡਾ ਐਡਵਰਟਾਈਜ਼ਮੈਂਟ ਦਾ ਖਰਚਾ ਆ ਜਾਂਦਾ ਕਿ ਐਡਵਰਟਾਈਜ਼ਮੈਂਟ ਇੱਕ ਵਾਰ ਕੀਤੀ 3-4 ਸਾਲ ਚੱਲਦੀ ਆ, ਫਿਰ ਦੁਬਾਰਾ ਕਰਨੀ ਪੈਂਦੀ ਆ। ਦੈਨ ਨੈਕਸਟ ਟਰਮ ਇਜ਼ ਐਕਸਪੈਂਸਿਸ। ਐਕਸਪੈਂਸਿਸ ਰਾਜੇ ਕੀ ਹੁੰਦੇ ਆ? ਜੋ ਵੀ ਖਰਚਾ ਅਸੀਂ ਕਰਦੇ ਆ ਜਿਹਦਾ ਬੈਨੀਫਿਟ ਸਾਨੂੰ ਸੇਮ ਈਅਰ ਦੇ ਵਿੱਚ ਰਿਸੀਵ ਹੋ ਜਾਂਦਾ, ਸੇਮ ਐਜ਼ ਰੈਵਨਿਊ ਐਕਸਪੈਂਡੀਚਰ, ਉਹ ਸਾਡੇ ਕੀ ਹੁੰਦੇ ਆ? ਐਕਸਪੈਂਸਿਸ। ਜਿੱਦਾਂ ਸੈਲਰੀ, ਰੈਂਟ, ਜਿੰਨਾ ਕਿਸੇ ਤੋਂ ਕੰਮ ਕਰਵਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਸੈਲਰੀ, ਰੈਂਟ ਵਗੈਰਾ ਦੇ ਦਾਂਗੇ, ਤਾਂ ਇੱਦਾਂ ਦੇ ਜਿਹੜੇ ਖਰਚੇ ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਲਿਖਦੇ ਆ। ਐਕਸਪੈਂਸਿਸ ਦੀ ਅੱਗੇ 2 ਟਾਈਪਸ ਆ: ਪ੍ਰੀਪੇਡ ਐਕਸਪੈਂਸ ਐਂਡ ਆਊਟਸਟੈਂਡਿੰਗ ਐਕਸਪੈਂਸ। ਪ੍ਰੀ ਦਾ ਮਤਲਬ ਕੀ ਹੁੰਦਾ? ਪਹਿਲਾਂ। ਪੇਡ ਦਾ ਮਤਲਬ ਪੇਮੈਂਟ ਕਰਨਾ। ਤਾਂ ਪ੍ਰੀਪੇਡ ਐਕਸਪੈਂਸਿਸ ਉਹ ਐਕਸਪੈਂਸਿਸ ਆ ਵਿਚ ਆਰ ਪੇਡ ਇਨ ਐਡਵਾਂਸ, ਦਾ ਬੈਨੀਫਿਟ ਆਫ ਵਿਚ ਇਜ਼ ਰਿਸੀਵਡ ਇਨ ਫਿਊਚਰ। ਜਿਹਦਾ ਬੈਨੀਫਿਟ ਸਾਨੂੰ ਨੈਕਸਟ ਟਾਈਮ 'ਚ ਮਿਲਣਾ ਬਟ ਅਸੀਂ ਪੇਮੈਂਟ ਉਹਦੀ ਹੁਣੇ ਕਰਤੀ ਆ, ਦੈਟ ਇਜ਼ ਅਵਰ ਪ੍ਰੀਪੇਡ ਐਕਸਪੈਂਸ। ਫੋਰ ਐਗਜ਼ਾਮਪਲ ਤੁਸੀਂ ਇੰਸ਼ੋਰੈਂਸ ਕਰਵਾਇਆ 1 ਜੁਲਾਈ ਤੋਂ। ਇੰਸ਼ੋਰੈਂਸ ਹਮੇਸ਼ਾ ਸਾਡਾ 1 ਈਅਰ ਲਈ ਹੁੰਦਾ। ਅਗਰ 1 ਜੁਲਾਈ ਨੂੰ ਕਰਾਓਗੇ ਤਾਂ 30 ਜੂਨ ਤੱਕ ਹੋ ਗਿਆ, ਬਟ ਤੁਹਾਡਾ ਸਾਲ ਖਤਮ ਹੁੰਦਾ 31 ਮਾਰਚ ਨੂੰ, ਤਾਂ ਅਪ੍ਰੈਲ, ਮਈ, ਜੂਨ 3 ਮਹੀਨਿਆਂ ਦਾ ਪ੍ਰੀਮੀਅਮ ਤੁਸੀਂ ਐਡਵਾਂਸ 'ਚ ਭਰਤਾ, ਦੈਨ ਉਹ 3 ਮੰਥ ਦੇ ਪ੍ਰੀਮੀਅਮ ਨੂੰ ਤੁਸੀਂ ਕੀ ਕਹੋਗੇ? ਪ੍ਰੀਪੇਡ ਇੰਸ਼ੋਰੈਂਸ। ਦੈਨ ਨੈਕਸਟ ਇਜ਼ ਆਊਟਸਟੈਂਡਿੰਗ ਐਕਸਪੈਂਸ। ਆਊਟਸਟੈਂਡਿੰਗ ਐਕਸਪੈਂਸ ਰਾਜੇ ਕੀ ਹੁੰਦੇ ਆ? ਜਿਨ੍ਹਾਂ ਦਾ ਅਸੀਂ ਬੈਨੀਫਿਟ ਰਿਸੀਵ ਕਰ ਲਿਆ ਬਟ ਹਜੇ ਤੱਕ ਉਹਨਾਂ ਦੀ ਪੇਮੈਂਟ ਨਹੀਂ ਕੀਤੀ, which are payable, the expenses of which we have take benefit but did not pay any kind of cash, that is our outstanding expenses. ਫੋਰ ਐਗਜ਼ਾਮਪਲ ਤੁਸੀਂ ਕਿਸੇ ਦੀ ਚੀਜ਼ ਕੋਈ ਮਹੀਨਾ ਯੂਜ਼ ਕਰ ਲਈ ਬਟ ਹਜੇ ਤੱਕ ਉਹਦਾ ਰੈਂਟ ਨਹੀਂ ਪੇ ਕੀਤਾ, ਜਾਂ ਅਸੀਂ ਮੰਨ ਲਓ 1 ਮੰਥ ਕਿਤੋਂ ਪੜ੍ਹ ਲਿਆ, ਅਸੀਂ ਉਹਦੀ ਹਜੇ ਫੀਸ ਨਹੀਂ ਪੇ ਕੀਤੀ, ਦੈਟ ਇਜ਼ ਅਵਰ ਆਊਟਸਟੈਂਡਿੰਗ ਐਕਸਪੈਂਸਿਸ। ਨੈਕਸਟ ਟਰਮ ਇਜ਼ ਇਨਕਮ। ਇਨਕਮ ਰਾਜੇ ਕੀ ਹੁੰਦੀ ਆ? ਇਨਕਮ ਦਾ ਮਤਲਬ ਜੋ ਵੀ ਤੁਸੀਂ 1 ਸਾਲ ਦੇ ਵਿੱਚ ਅਰਨ ਕਰ ਲਿਆ। ਇਨਕਮ ਇਜ਼ ਡਿਫਰੈਂਸ ਬਿਟਵੀਨ ਰੈਵਨਿਊ ਐਂਡ
ਐਕਸਪੈਂਸ, ਰੈਵਨਿਊ ਦਾ ਮਤਲਬ ਜਿੰਨਾ ਵੀ ਪੈਸਾ ਤੁਹਾਡੇ ਕੋਲੇ ਆ ਗਿਆ, ਐਕਸਪੈਂਸ ਦਾ ਮਤਲਬ ਜਿੰਨਾ ਵੀ ਪੈਸਾ ਤੁਸੀਂ ਖਰਚ ਲਿਆ। ਤਾਂ ਆਪਦੀ ਸਾਰੀ ਕਮਾਈ ਚੋਂ ਸਾਰੇ ਖਰਚ ਜਦੋਂ ਮਾਈਨਸ ਕਰ ਦੋਗੇ ਤਾਂ ਜੋ ਬੈਲੈਂਸ ਤੁਹਾਡੇ ਕੋਲੇ ਬਚਿਆ ਦੈਟ ਇਜ਼ ਇਨਕਮ। ਦੈਨ ਨੈਕਸਟ ਟਰਮ ਇਜ਼ ਪ੍ਰੋਫਿਟ। ਪ੍ਰੋਫਿਟ ਦਾ ਮਤਲਬ ਰਾਜੇ ਕੀ ਹੁੰਦਾ? ਪ੍ਰੋਫਿਟ ਮੀਨਸ ਜੋ ਵੀ ਤੁਸੀਂ ਆਪਰੇਟਿੰਗ ਐਕਟੀਵਿਟੀ ਕਰਦੇ ਹੋ, ਜਿਹੜੀ ਚੀਜ਼ ਦਾ ਤੁਸੀਂ ਕੰਮ ਕਰਦੇ ਹੋ, ਮੰਨ ਲਓ ਇੱਕ ਕੱਪੜੇ ਵਾਲਾ ਕੱਪੜਾ ਵੇਚਣ ਦਾ ਕੰਮ ਕਰਦਾ, ਸ਼ੂਜ਼ ਵਾਲਾ ਸ਼ੂਜ਼ ਵੇਚਣ ਦਾ ਕੰਮ ਕਰਦਾ, ਉਹਦੀ ਸੇਲ ਪਰਚੇਸ ਤੋਂ ਜੋ ਵੀ ਉਹਨੂੰ ਇਨਕਮ ਹੁੰਦੀ ਹੈ ਦੈਟ ਇਜ਼ ਪ੍ਰੋਫਿਟ। ਪ੍ਰੋਫਿਟ ਜਿੱਦਾਂ ਹੁਣ 4000 ਦੀਆਂ ਗੁੱਡ ਸੀ, ਅਗਰ ਤੁਸੀਂ 5000 ਸੇਲ ਕਰਤੀਆਂ ਇਟ ਮੀਨਸ ਤੁਸੀਂ 1000 ਦਾ ਪ੍ਰੋਫਿਟ ਅਰਨ ਕਰ ਲਿਆ। ਪ੍ਰੋਫਿਟ ਦੀਆਂ ਅੱਗੇ 2 ਟਾਈਪਸ ਹੈ, ਗ੍ਰੋਸ ਪ੍ਰੋਫਿਟ ਐਂਡ ਨੈਟ ਪ੍ਰੋਫਿਟ। ਗ੍ਰੋਸ ਪ੍ਰੋਫਿਟ ਕੀ ਆ? ਗ੍ਰੋਸ ਪ੍ਰੋਫਿਟ ਇਜ਼ ਡਿਫਰੈਂਸ ਬਿਟਵੀਨ ਨੈਟ ਸੇਲ ਐਂਡ ਕਾਸਟ ਆਫ ਗੁੱਡ ਸੋਲਡ, ਕਿ ਜਿੰਨੇ ਦੀਆਂ ਚੀਜ਼ਾਂ ਅਸੀਂ ਸੇਲ ਕਰਤੀਆਂ ਤੇ ਉਹਨਾਂ ਨੂੰ ਬਣਾਉਣ ਤੇ ਜਿੰਨਾ ਖਰਚ ਆਇਆ ਸੀ, ਜਦੋਂ ਇਹ ਮਾਈਨਸ ਕਰ ਦਾਂਗੇ ਤਾਂ ਉਹ ਸਾਡੇ ਕੋਲੇ ਕੀ ਆ ਜਾਣਗੇ? ਗ੍ਰੋਸ ਪ੍ਰੋਫਿਟ। ਦੈਨ ਉਹ ਗ੍ਰੋਸ ਪ੍ਰੋਫਿਟਸ ਦੇ ਵਿੱਚੋਂ ਸਾਰੇ ਛੋਟੇ ਛੋਟੇ ਐਕਸਪੈਂਸਿਸ ਜੋ ਵੀ ਸਾਡੇ ਇਨਡਾਇਰੈਕਟ ਐਕਸਪੈਂਸ ਆ, ਅਗਰ ਅਸੀਂ ਉਹ ਵੀ ਮਾਈਨਸ ਕਰ ਦਈਏ ਤਾਂ ਸਾਡੇ ਕੋਲੇ ਕੀ ਬਚੇਗਾ? ਨੈਟ ਪ੍ਰੋਫਿਟ। ਦੈਨ ਨੈਕਸਟ ਟਰਮ ਇਜ਼ ਗੇਨ। ਗੇਨ ਦਾ ਮਤਲਬ ਰਾਜੇ ਕੀ ਆ? ਗੇਨ ਮੀਨਸ ਉਹ ਫਾਇਦਾ ਜਿਹੜਾ ਤੁਹਾਨੂੰ ਕਦੇ ਕਦੇ ਹੁੰਦਾ, ਜਿਹੜਾ ਤੁਹਾਡੀ ਆਪਰੇਟਿੰਗ ਐਕਟੀਵਿਟੀ ਕਰਕੇ ਨਹੀਂ ਹੈਗਾ, ਜਿਹੜੀ ਚੀਜ਼ ਦਾ ਤੁਸੀਂ ਕੰਮ ਕਰਦੇ ਹੋ ਉਹਦੇ ਕਰਕੇ ਨਹੀਂ ਹੈਗਾ, ਐਕਸਟਰਾ ਤੁਹਾਨੂੰ ਕਿਤੋਂ ਇਨਕਮ ਆਉਂਦੀ ਹੈ, ਜਿੱਦਾਂ ਕੋਈ ਲੋਟਰੀ ਨਿਕਲੇ ਜਾਂ ਕੋਈ ਬਿਲਡਿੰਗ ਵਗੈਰਾ ਸੇਲ ਕਰਕੇ ਫਾਇਦਾ ਹੋ ਗਿਆ। ਐਕਸਟਰਾ ਇਨਕਮ ਜਿਹੜੀ ਆਉਂਦੀ ਆ, ਐਕਸਟਰਾ ਫਾਇਦਾ ਜਿਹੜਾ ਹੁੰਦਾ ਦੈਟ ਇਜ਼ ਅਵਰ ਗੇਨ। ਆਈ ਹੋਪ ਯੂ ਅੰਡਰਸਟੈਂਡ ਵੈਲ। ਥੈਂਕ ਯੂ ਸਟੂਡੈਂਟਸ।